ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਨਾਮ ਦਿਓ ਜੀਓ। ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ। ਕਵਣ ਕਾਜ ਜਗ ਉਪਜੈ, ਬਿਨਸੈ ਕਹੋ ਮੋਹਿ ਸਮਝਾਇਆ। ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ। ਜਨਮ ਮਰਨ ਦੁਖ ਫੇੜ ਕਰਮ ਸੁਖ, ਜੀ ਜਨਮ ਤੇ ਛੂਟੈ ਰਹਾਉ। ਮਾਇਆ ਫਾਸ ਬੰਧ ਨਹੀਂ ਫਾਰੈ, ਆਰ ਮਨ ਸੁਨ ਨਾ ਲੂਕੇ। ਆਪਾ ਪਦ ਨਿਰਵਾਣ ਨਾ ਚੀਨਿਆ, ਇਨ ਬਿਦ ਅਪਿਓ ਨਾ ਚੂਕੇ। ਕਹੀ ਨਾ ਉਪਜੈ ਉਪਜੀ ਜਾਣੈ, ਭਾਵ ਅਭਾਵ ਵਿਹੂਣਾ। ਉਦੈ ਅਸਤ ਕੀ ਮਨ ਬੁੱਧ ਨਾਸੀ, ਤੋ ਸਦਾ ਸਹਿਜ ਲਿਵ ਲੀਣਾ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ। ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤੋ ਮਨ ਸੁਨ ਸਮਾਨਾ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ। ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤੋ ਮਨ ਸੁਨ ਸਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਰਾਗ ਦੇ ਵਿੱਚ ਇਸ ਸਮੇਂ ਭਗਤ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਜੋ ਪ੍ਰਥਮ ਸ਼ਬਦ ਇੱਥੇ ਆਇਆ ਹੈ ਆਸਾ ਰਾਗ ਦੇ ਵਿੱਚ, ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ।
ਇਸ ਪਾਵਨ ਸ਼ਬਦ ਦੇ ਵਿੱਚ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਗਿਆ ਹੈ। ਤਿੰਨ ਤਰ੍ਹਾਂ ਦੇ ਜਗਿਆਸੂ ਹੁੰਦੇ ਨੇ, ਉੱਤਮ, ਮੱਧਮ ਔਰ ਕਨਿਸ਼ਟ। ਉੱਤਮ ਭਾਵ ਦਾ ਜਿਹੜਾ ਜਗਿਆਸੂ ਹੈ ਉਹਦੀ ਬਸ ਇਹੀ ਇੱਛਾ ਹੁੰਦੀ ਹੈ ਰੱਬ ਨੂੰ ਮਿਲਣ ਦੀ। ਉਹਦੇ ਅੰਦਰ ਕੋਈ ਦੁਨੀਆ ਦੀ ਇੱਛਾ ਨਹੀਂ ਰਹਿ ਜਾਂਦੀ। ਜੋ ਮੱਧਮ ਭਾਵ ਦਾ ਜਗਿਆਸੂ ਹੈ ਉਹਦੇ ਅੰਦਰ ਰੱਬ ਨੂੰ ਮਿਲਣ ਦੀ ਇੱਛਾ ਤਾਂ ਹੈ, ਪਰ ਪਹਿਲਾਂ ਉਹ ਦੁਨੀਆ ਦੇ ਪਦਾਰਥਾਂ ਦੀ ਇੱਛਾ ਰੱਖੀ ਬੈਠਾ ਹੈ ਕਿ ਮੈਨੂੰ ਦੁਨੀਆ ਦਾ ਇਹ ਕੁਝ ਮਿਲ ਜਾਵੇ। ਪਰਮਾਤਮਾ ਨੂੰ ਪਿੱਛੇ ਕੀਤਾ ਹੋਇਆ ਹੈ। ਜੋ ਕਨਿਸ਼ਟ ਭਾਵ ਦਾ ਹੁੰਦਾ ਹੈ, ਨੀਚ ਭਾਵ ਦਾ, ਉਹਦਾ ਕੋਈ ਤਾਤਪਰਜ ਨਹੀਂ ਹੁੰਦਾ। ਉਹ ਬਸ ਨੁਕਤਾਚੀਨੀ ਕਰਦਾ ਹੈ। ਇਸ ਤਰ੍ਹਾਂ ਦੇ ਲੋਕ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ, ਬਸ ਉਹ ਸੈਰ ਸਪਾਟੇ ਵਾਸਤੇ ਜਾਂਦੇ ਨੇ, ਜਾਂ ਨੁਕਤਾਚੀਨੀ ਇੱਥੇ ਇਹ ਕਮੀ ਹੈ, ਇੱਥੇ ਇਹ ਕਮੀ ਹੈ, ਉਹਨੂੰ ਨੀਚ ਭਾਵ ਦਾ ਆਖਿਆ ਗਿਆ ਹੈ। ਉੱਤਮ ਭਾਵ ਦਾ ਜਿਹੜਾ ਜਗਿਆਸੂ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਦੀ ਅਵਸਥਾ ਬਾਰੇ ਔਰ ਉਸ ਤੋਂ ਸਦਕੇ ਜਾਂਦੇ ਨੇ। ਮਹਾਰਾਜ ਫਰਮਾਨ ਕਰਦੇ ਨੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਜਿਹੜਾ ਕੋਈ ਚਾਰ ਪਦਾਰਥਾਂ ਦੀ ਇੱਛਾ ਰੱਖਦਾ ਹੈ ਉਹ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਸੇਵਾ ਕਰੇ, ਸੰਗਤ ਦੀ ਸੇਵਾ ਕਰੇ। ਮਹਾਰਾਜ ਕਹਿੰਦੇ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ, ਉਹ ਜਿਹੜਾ ਚਾਹੁੰਦਾ ਮੇਰੀ ਸੋਭਾ ਹੋਵੇ, ਵਡਿਆਈ ਹੋਵੇ, ਉਹ ਗੁਰੂ ਦੀ ਸੰਗਤ ਵਿੱਚ ਆਵੇ, ਸੰਗਤ ਵਿੱਚ ਆਵੇ ਅਤੇ ਉਹ ਹਉਮੈ ਨੂੰ ਛੱਡ ਦੇਵੇ। ਇਸੇ ਤਰ੍ਹਾਂ ਮਹਾਰਾਜ ਉੱਥੇ ਸਾਰਿਆਂ ਦੀ ਗੱਲ ਕੀਤੀ ਹੈ। ਅਖੀਰ ਵਿੱਚ ਮਹਾਰਾਜ ਕਹਿੰਦੇ ਹਨ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਉਹ ਉੱਤਮ ਜਗਿਆਸੂ ਦੀ ਅਵਸਥਾ ਹੈ ਵੀ ਉਹਦੇ ਅੰਦਰ ਕੇਵਲ ਇਹੀ ਪਿਆਸ ਹੈ। ਕੋਈ ਪਦਾਰਥਾਂ ਦੀ, ਚਾਰ ਪਦਾਰਥਾਂ ਦੀ ਮੰਗ ਕਰਕੇ ਇਸ ਮਾਰਗ 'ਤੇ ਚੱਲਦਾ ਹੈ। ਕੋਈ ਕਹਿੰਦਾ ਮੇਰੀ ਸ਼ੋਭਾ ਹੋਵੇ, ਕੋਈ ਕਹਿੰਦਾ ਮੈਂ ਜੰਮਣ ਮਰਨ ਤੋਂ ਮੁਕਤ ਹੋ ਜਾਵਾਂ, ਅਤੇ ਕੋਈ ਇੱਛਾ ਰੱਖਦਾ ਹੈ, ਕੋਈ ਕਿਸ ਤਰ੍ਹਾਂ ਦੀ। ਪਰ ਕੋਈ ਐਸਾ ਵੀ ਹੈ, ਨਾ ਉਹਨੂੰ ਪਦਾਰਥਾਂ ਦੀ ਲੋੜ ਹੈ, ਨਾ ਉਹ ਜੰਮਣ ਮਰਨ ਤੋਂ ਡਰਦਾ ਹੈ, ਨਾ ਉਹਨੂੰ ਵਡਿਆਈ ਦੀ ਲੋੜ ਹੈ, ਨਾ ਕਿਸੇ ਹੋਰ ਚੀਜ਼ ਦੀ। ਬਸ ਇੱਕੋ ਪਿਆਸ ਹੈ ਰੱਬ ਨੂੰ ਮਿਲਣ ਦੀ। ਇੱਥੇ ਜਿਹੜਾ ਸਵਾਲ ਰੱਖਿਆ ਗਿਆ ਹੈ ਉਹ ਇਹੀ ਹੈ, ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਟੂਟੈ, ਜਨਮ ਮਰਨ ਦੁਖ ਫੇੜ ਕਰਮ ਸੁਖ, ਜੀ ਜਨਮ ਤੇ ਛੂਟੈ। ਬਸ ਮੈਨੂੰ ਮਾਰਗ ਲਾਵੋ, ਉਸ ਮਾਰਗ 'ਤੇ ਪਾ ਦਿਓ ਜਿਹੜਾ ਰੱਬ ਦੇ ਘਰ ਵਿੱਚ ਜਾਂਦਾ ਹੈ, ਅਤੇ ਫਿਰ ਆਵਾਗਮਨ ਤੋਂ ਜਿਸ ਦੇ ਵਿੱਚ ਜੀਵ ਫਸਿਆ ਹੋਇਆ ਹੈ ਉਸ ਤੋਂ ਇਹ ਮੁਕਤ ਹੋ ਜਾਵੇ। ਪਰ ਇੱਛਾ ਇਹ ਹੈ ਉਹ ਰੱਬੀ ਮਾਰਗ ਦੱਸ ਦੇਵੋ, ਉਹ ਪਰਮਾਤਮਾ ਦਾ ਰਸਤਾ ਦੱਸ ਦੇਵੋ, ਉਸ ਮਾਰਗ 'ਤੇ ਮੈਨੂੰ ਤੋਰੋ। ਤੋ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 475 ਤੇ ਸੁਭਾਏ ਮਨ ਮਾਇਨਾ ਹੈ। ਇੱਥੇ ਪਹਿਲਾ ਜਿਹੜਾ ਮੰਗਲਾ ਚਰਨ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਹੈ। ਜਿਹੜਾ ਇੱਥੇ ਇਹ ਟਾਈਟਲ ਦਿੱਤਾ ਗਿਆ ਹੈ, ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਭਾਈ ਗੁਰਦਾਸ ਜੀ ਤੋਂ ਲਿਖਾਇਆ ਗਿਆ ਹੈ। ਉੱਥੇ ਅੱਗੇ ਭਗਤ ਕਬੀਰ ਸਾਹਿਬ ਜੀ ਦੀ ਫਿਰ ਬਾਣੀ ਆਰੰਭ ਹੋ ਰਹੀ ਹੈ। ਕੱਲ੍ਹ ਵੀ ਆਪਾਂ ਇਸ ਸ਼ਬਦ ਬਾਰੇ ਕੁਝ ਵਿਚਾਰ ਕੀਤੀ ਸੀ। ਸੋ ਆਓ, ਸਮਾਂ ਸੀਮਤ ਜਿਹਾ ਹੈ, ਇਸ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਇਸ ਸ਼ਬਦ ਦੇ ਅੱਖਰੀ ਅਰਥਾਂ ਨਾਲ ਸਾਂਝ ਪਾਈਏ।
प्यार नाल आखो सतनाम श्री वाहिगुरु साहिब जी। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। वाहिगुरु एक अद्वितीय शक्ति है। ओंकार ਇਹਦੇ ਵਿੱਚ ਤਿੰਨ ਜਿਹੜੇ ਹਨ ਹਸਤੀਆਂ ਉਹ ਜੁੜੀਆਂ ਹੋਈਆਂ ਨੇ। ਵਾਹਿਗੁਰੂ ਪਰਮਾਤਮਾ ਜੋ ਤਿੰਨ ਤਰ੍ਹਾਂ ਕਰਕੇ ਸੰਸਾਰ ਦੀ ਕਿਰਿਆ ਹੁੰਦੀ ਹੈ ਉਹ ਇਸੇ ਸ਼ਕਤੀ ਤੋਂ ਹੁੰਦੀ ਹੈ। ਉਹ ਕਿਹੜੀ ਹੈ? ਸੰਸਾਰ ਦਾ ਬਣਨਾ, ਸੰਸਾਰ ਦੀ ਪਾਲਣਾ ਹੋਣੀ, ਸੰਸਾਰ ਦੀ ਲੈਤਾ ਹੋਣੀ। ਉਹ ਸਾਰਾ ਕੁਝ ਵਾਹਿਗੁਰੂ ਦੇ ਵਿੱਚ ਹੀ ਹੁੰਦਾ ਹੈ। ਵਾਹਿਗੁਰੂ ਤੋਂ ਬਾਹਰ ਕੁਝ ਵੀ ਨਹੀਂ। ਜੇ ਆਪਾਂ ਇਸ ਅੱਖਰ ਨੂੰ ਖੋਲ੍ਹ ਕੇ ਵੇਖੀਏ ਓੰਗ ਨੂੰ, ਇਹ ਤਿੰਨ ਦੇ ਅੰਕੜੇ ਤੋਂ ਬਣਦਾ ਹੈ। ਜਿਹੜਾ ਮੈਥ ਦਾ 3 ਅੱਖਰ ਹੈ ਉਸ ਤੋਂ ਇਹ ਬਣਦਾ ਹੈ। ਸ਼ੁਰੂਆਤ ਉੱਥੋਂ ਹੁੰਦੀ ਹੈ। ਇਹਦੇ ਵਿੱਚ 3 ਵਿਦਿਆ ਨੇ। ਓਮ ਸ਼ਬਦ ਦੇ ਵਿੱਚ, ਓੰਕਾਰ ਦੇ ਵਿੱਚ 3 ਵਿਦਿਆ, 3 ਪ੍ਰਕਾਰ ਦੀ ਵਿਦਿਆ ਹੀ ਹੈ ਸੰਸਾਰ ਦੇ ਵਿੱਚ। ਇੱਕ ਵਿਦਿਆ ਹੈ ਆਂਕੜਿਆਂ ਦੀ, ਮੈਥ ਦੀ। ਦੂਸਰੀ ਵਿਦਿਆ ਹੈ ਅਲਫਾਜ਼, ਅੱਖਰ। ਤੀਸਰੀ ਵਿਦਿਆ ਹੈ ਜਿਹੜੀ ਜਿਸ ਨੂੰ ਆਪਾਂ ਇਸ਼ਾਰੇ ਦੀ ਵਿਦਿਆ ਕਹਿੰਦੇ ਹਾਂ। ਇਸ਼ਾਰੇ ਆਪਾਂ ਘਰਾਂ ਵਿੱਚ ਵੀ ਜਾਂ ਕਿਤੇ ਵੀ ਕਈ ਵਾਰ ਬੰਦਾ ਦੂਰ ਖੜ੍ਹਾ ਹੁੰਦਾ ਹੈ ਜਾਂ ਵੈਸੇ ਵੀ ਕੋਈ ਗੱਲ ਗੁਪਤ ਗੱਲ ਕਹਿਣੀ ਹੋਵੇ, ਰਿਸ਼ਤੇਦਾਰ ਬੈਠੇ ਨਹੀਂ, ਉੱਥੇ ਬੰਦਾ ਆਪਣੇ ਘਰਦਿਆਂ ਨੂੰ ਅੱਖ ਦੇ ਨਾਲ ਜਾਂ ਹੱਥ ਦੇ ਨਾਲ ਕਿਸੇ ਤਰ੍ਹਾਂ ਇਸ਼ਾਰਾ ਕਰ ਦਿੰਦਾ ਹੈ, ਉਹ ਸਮਝ ਜਾਂਦੇ ਨੇ। ਕਿਸੇ ਦੋਸਤ ਮਿੱਤਰ ਨੂੰ ਉੱਥੇ ਕੋਈ ਆਂਕੜਾ ਨਹੀਂ ਵਰਤਿਆ, ਕੋਈ ਅਲਫਾਜ਼ ਨਹੀਂ ਵਰਤਿਆ। ਆਪਾਂ ਉਹ ਵੇਖਦੇ ਹਾਂ ਇਹ 3 ਤਰ੍ਹਾਂ ਦੀ ਵਿਦਿਆ ਹੀ ਸੰਸਾਰ ਵਿੱਚ ਹੈ। ਭਾਵੇਂ ਜਿਹੜੇ ਮਰਜ਼ੀ ਮੁਲਕ ਚਲੇ ਜਾਓ। ਜਾਂ ਅੱਖਰਾਂ ਦੀ ਵਿਦਿਆ ਹੈ, ਉਹਦੇ ਵਿੱਚ ਸਾਰੀਆਂ ਭਾਸ਼ਾਵਾਂ ਆ ਜਾਂਦੀਆਂ ਨੇ, ਅੰਗਰੇਜ਼ੀ, ਉਰਦੂ, ਪੰਜਾਬੀ, ਹਿੰਦੀ, ਬੰਗਾਲੀ, ਕੋਈ ਵੀ ਭਾਸ਼ਾ ਉਹ ਅੱਖਰਾਂ ਦੀ ਹੈ। ਫਿਰ ਆਂਕੜੇ ਹਨ ਅਤੇ ਇਸ਼ਾਰਾ। ਆਪਾਂ ਜੀਟੀ ਰੋਡ 'ਤੇ ਜਾਈਏ ਨਾ, ਉੱਥੇ ਅੱਖਰ ਵੀ ਲਿਖੇ ਹੁੰਦੇ ਨੇ ਵੀ ਫਲਾਣਾ ਸ਼ਹਿਰ, ਉਹਦੇ ਥੱਲੇ ਐਰੋ ਬਣਾਇਆ ਹੁੰਦਾ ਵੀ ਇਸ ਪਾਸੇ ਨੂੰ, ਇਸ਼ਾਰਾ ਹੁੰਦਾ ਨਾ। ਹੁਣ ਸ਼ਹਿਰ ਵੀ ਲਿਖਿਆ ਹੋਵੇ, ਥੱਲੇ ਕਿਲੋਮੀਟਰ ਵੀ ਲਿਖੇ ਹੋਣ, ਆਂਕੜੇ ਵੀ ਲਿਖੇ ਹੋਣ, 2 ਤਰ੍ਹਾਂ ਦੀ ਵਿਦਿਆ ਹੋ ਗਈ ਨਾ। ਇਸ਼ਾਰਾ ਨਾ ਦਿੱਤਾ ਹੋਵੇ ਤਾਂ ਪਤਾ ਨਹੀਂ ਲੱਗੇਗਾ ਕਿਹੜੇ ਪਾਸੇ ਨੂੰ ਜਾਣਾ ਹੈ। ਸ਼ਹਿਰ ਦਾ ਨਾਮ ਹੀ ਦਿੱਤਾ ਹੋਇਆ ਹੈ, ਥੱਲੇ ਆਂਕੜੇ ਵੀ ਲਿਖੇ ਨੇ ਵੀ ਇੱਥੋਂ 45 ਕਿਲੋਮੀਟਰ ਹੈ, 500 ਕਿਲੋਮੀਟਰ ਹੈ, 200 ਕਿਲੋਮੀਟਰ ਹੈ, ਪਰ ਇਸ਼ਾਰਾ ਨਹੀਂ ਦਿੱਤਾ ਵੀ ਕਿਹੜੇ ਪਾਸੇ ਨੂੰ ਜਾਣਾ ਹੈ। ਇਹ 3 ਤਰ੍ਹਾਂ ਦੀ ਵਿਦਿਆ ਹੀ ਵਰਤੀ ਜਾਂਦੀ। ਇਸ਼ਾਰਾ ਹੁੰਦਾ ਵੀ ਇਸ ਪਾਸੇ ਨੂੰ ਇਹ ਸ਼ਹਿਰ ਹੈ, ਇੱਥੋਂ ਇੰਨਾ ਕਿਲੋਮੀਟਰ ਹੈ, ਆਂਕੜਿਆਂ ਦੀ ਵਿਦਿਆ। ਔਰ ਉਸ ਸ਼ਹਿਰ ਦਾ ਨਾਮ ਲਿਖਿਆ ਹੁੰਦਾ ਵੀ ਉਹ ਸ਼ਹਿਰ ਦਾ ਨਾਮ ਇਹ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਰੱਬ ਨੂੰ ਮਿਲਣ ਦੀਆਂ ਵੀ 3 ਸਟੇਜਾਂ ਹਨ ਅਧਿਆਤਮਕ ਵਿਦਿਆ ਦੀਆਂ ਵੀ। ਤੋ ਇੱਥੇ 3 ਦਾ ਆਂਕੜਾ ਵਰਤਿਆ ਗਿਆ ਹੈ। ਇਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਪਾਂ ਆਰੰਭ ਕੀਤੀ ਸੀ, ਉਦੋਂ ਸ਼ੁਰੂ ਦੇ ਵਿੱਚ ਇਹਦੀ ਬੜੀ ਲੰਮੀ ਵਿਸਤਾਰ ਨਾਲ ਮੂਲ ਮੰਤਰ ਦੀ ਕਥਾ ਕੀਤੀ ਗਈ ਸੀ। ਕਈ ਦਿਨ ਇਹ ਕਥਾ ਚੱਲੀ ਸੀ ਕੇਵਲ ਮੂਲ ਮੰਤਰ ਦੀ। ਸੋ ਇੱਥੇ ਹੁਣ ਆਪਣੇ ਕੋਲ ਸਮਾਂ ਸੀਮਤ ਜਿਹਾ ਹੈ। ਸ਼ਬਦ ਦੀ ਵਿਚਾਰ ਨਾਲ ਆਪਾਂ ਸਾਂਝ ਪਾਣੀ ਹੈ। ਓੰਕਾਰ ਉੱਤੇ ਕਾਰ ਹੈ, ਕਾਰ ਇਸ਼ਾਰਾ ਕਰ ਰਹੀ ਹੈ। ਉਹ ਵਾਹਿਗੁਰੂ ਪਰਮਾਤਮਾ ਸਾਰਾ ਕੁਝ ਉਹਦੇ ਵਿੱਚ ਹੈ। ਉਹ ਇੱਕੋ ਸ਼ਕਤੀ ਹੈ। ਅੱਗੇ 1 ਦਾ ਆਂਕੜਾ 1 ਲਿਖਿਆ ਹੋਇਆ, ਮਹਾਰਾਜ ਜੀ ਨੇ ਅੰਕ ਲਿਖਿਆ ਹੋਇਆ ਹੈ। ਸਤਨਾਮ ਉਹ ਸੱਤ ਵਾਲਾ ਹੈ, ਸਦੀਵੀ ਹੋਂਦ ਵਾਲਾ ਹੈ। ਵਾਹ ਉਹਦਾ ਨਾਮ ਸੱਚਾ ਹੈ। ਸਦੀਵੀ ਨਾਮ ਜੋ ਹੈ ਵਾਹਿਗੁਰੂ ਦਾ ਹੈ।
जो सदा ही दुनिया ते रहन वाला है, वह दुनिया नाम ही होवेगी तां भी रहेगा। साढ़े अपने नाम ये समय के अनुसार ने, अस्थान दे भी जड़े ने ये मोहताज ने। जिमें आपां इत्थे आपां नूं लोग जाणदे ने, इत्थे अपने रिकार्ड विच भी, अपने मुल्क के रिकार्ड विच भी अपना नाम बोलता है, पर दूजे किसी मुल्क में जावांगे उत्थे साडा नां नहीं बोलेगा। उत्थे जाके फिर दसना पेगा असीं किहड़े मुल्क के रहन वाले हाँ, कित्थों दे रहन वाले हाँ, फिर साडा नाम पता कढ़णगे। वाह उत्थे जिहड़ा सानूं दसना पेगा। पर वाहिगुरू परमात्मा वो हर एक थां ते है। थां नहीं भी वो तां भी है, जिथे कोई थां नहीं भी है उत्थे भी वो वाहिगुरू निरंकार है। करता सारियां दा वो करता है, बनाण वाला उन्होंने कहा गया करता। पुरख सारियां दे विच पूरिया होया है। पुरख शब्द के महान कोश दे विच जो अर्थ आए ने, पूरी पूरी सा प्रसन्नता सा पुरखा, जो हर एक पूरी कहते ने पुड़ी नूं, जिवें पुड़ियाँ बनाते ने दवाई दियाँ, ये सारे आकार पुड़ियाँ ही ने। सारियां पुड़ियाँ दे विच इक्को वाहिगुरू दा ही नूर है। सारे आकारां दे विच निरभौ, उहनूं किसे तो डर नहीं आउंदा। डर कित्थे आउंदा है? जिथे बंदे विच कमजोरी होवे। जिहड़ी हस्ती विच कमजोरी है वो अपनी वड्डे तो डरेगा। कोई भी है जिहदे विच ज़्यादा बल है वो डरावेगा, तो जिहड़ा कमज़ोर है वो डरेगा। किसी भी पक्ष तो, धन के पक्ष तो, विद्या के पक्ष तो, किसी भी पक्ष तो मनुख कमज़ोर है तो वो डरदा है। वाहिगुरू परमात्मा किसी भी पक्ष तो कमज़ोर नहीं है, इस करके उन्होंने डर भी नहीं लगता। निर्वैर, वो वैर तो रहत है। वैर भी कित्थे पैदा होंदा है भी कोई मेरे तो अगे लंघ गया है, उत्थे वैर पैदा होंदा भी ये मेरी पदवी ते काबज हो गया है जां हो जाएगा, मेरे तो अगे लंघ गया है। वैर भी उत्थे पैदा होंदा है, वरना वैर पैदा नहीं होंदा। कोई बल विच अगे है, उत्थे वैर पैदा होंदा भी ये बंदा मैनू डरांदा है, तो अंदर वैर पैदा हो जाता भी इहनूं मैं किवें मारां, है तो मेरे तो बलशाली है, ताकत विच है, मैं इहनूं हरावां किवें, अंदर वैर पैदा हो गया। वाहिगुरू परमात्मा की हस्ती विच ऐसा नहीं है, क्योंकि उहदे तो कोई अगे है ही नहीं, कोई उहनूं जित ही नहीं सकदा। दो मुल्कां दा वैर क्यों है? तो इस करके ही है भी वो मुल्क साडे तो अगे है, उस मुल्क नूं कमज़ोर किवें करना है जां उहदा इलाका किवें जितना है, इत्थों वैर पैदा हो जाता है। होर तां कोई कारण है ही नहीं। तां वाहिगुरू परमात्मा अजित है, उन्होंने कोई जित ही नहीं सकता। किसी भी पक्ष तो उन्होंने कोई हरा नहीं सकता, भावें कि हराण का यतन किया गया। जिवें हरनाकश का जिक्र आउंदा है, उन्हें आख्या मैं रब ही हाँ, हुण रब होर कौन है? तो उन्हें सोचा मैं रब नूं हरा दिता है। तो फिर उहदा अंत हुंदा है। महाराज कहंदे परमात्मा दे अंदर वैर नहीं है। निर्वैर, अकाल, काल तो रहत है, वो समय के अधीन नहीं है। काल पाए ब्रह्मा बपतरा, काल पाए शिवजू अवतरा, काल पाए कर विष्णु प्रकाशा, सगल काल का किया तमाशा। बड़े बड़े देवी देवते काल दे अधीन, एक शिव भये एक गए, एक फेर भये। रामचंद्र कृष्ण के अवतार भी अनेक हैं। ब्रह्मा ओ विष्णु के ते, वेद ओ पुराण के ते, सिमरत समूहन कह हुए हुए बताए हैं। पीर ओ प्रकंबर के ते, गणे ना परते ते, भूमि ही ते हुए कह फिर भूमि ही मिलाए हैं। वाहिगुरू परमात्मा काल तो रहत है, समय के अधीन नहीं है। मूरत, महाराज कहते फिर उसका स्वरूप ऐसे नहीं भी वो कोई मिथ्या होया भी रब जे, क्योंकि मनुख कहेगा भी जे रब ऐसा कौन है जिहदी हस्ती। जिमें वेखो सूरज की
ਧੁੱਪ ਹੈ, ਰੋਸ਼ਨੀ ਹੈ, ਉਹਦਾ ਕੋਈ ਸਰੂਪ ਨਹੀਂ। ਆਪਾਂ ਕੀ ਕਹਾਂਗੇ ਧੁੱਪ ਕਿਸ ਤਰ੍ਹਾਂ ਦੀ ਹੁੰਦੀ ਹੈ? ਧੁੱਪ ਮੋਟੀ ਹੁੰਦੀ, ਪਤਲੀ ਹੁੰਦੀ, ਲੰਮੀ ਹੁੰਦੀ, ਗੋਰੀ ਹੁੰਦੀ, ਕਾਲੀ ਹੁੰਦੀ, ਕਿਸ ਤਰ੍ਹਾਂ ਦੀ ਹੁੰਦੀ ਹੈ? ਹਵਾ ਬਾਰੇ ਆਪਾਂ ਕੀ ਕਹਾਂਗੇ? ਹਵਾ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਹਾਂ ਹਵਾ ਹੈ, ਪਰ ਉਹ ਪਤਾ ਕਿਵੇਂ ਲੱਗਦਾ ਹੈ? ਜਦੋਂ ਸਾਡੇ ਤਨ ਨੂੰ, ਚਮੜੀ ਨੂੰ ਸਪਰਸ਼ ਹੁੰਦੀ ਹੈ। ਠੰਡ ਹੈ, ਠੰਡ ਦਾ ਕਿਵੇਂ ਪਤਾ ਲੱਗਦਾ ਹੈ? ਠੰਡ ਅੱਖਾਂ ਨਾਲ ਨਹੀਂ ਦਿਖਾਈ ਦਿੰਦੀ। ਅੱਖਾਂ ਨਾਲ ਧੁੰਦ ਤਾਂ ਦਿਖਾਈ ਦਿੰਦੀ, ਠੰਡ ਨਹੀਂ ਦਿਖਾਈ ਦਿੰਦੀ। ਠੰਡ ਦਾ ਵੀ ਪਤਾ ਚਮੜੀ ਤੋਂ ਲੱਗਦਾ ਹੈ, ਗਰਮੀ ਦਾ ਵੀ ਪਤਾ ਚਮੜੀ ਨੂੰ ਲੱਗਦਾ ਹੈ। ਤਾਂ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ, ਹਸਤੀ ਤਾਂ ਉਹਦੀ ਹੈ, ਠੰਡ ਦੀ ਵੀ ਹਸਤੀ ਹੈ, ਗਰਮੀ ਦੀ ਵੀ ਹੈ, ਪਰ ਉਹ ਪਤਾ ਕਿਹਨੂੰ ਲੱਗਦੀ ਹੈ? ਜਿਹੜਾ ਬੰਦਾ ਜੀਵਦਾ ਹੈ। ਮਰੇ ਨੂੰ ਵੀ ਨਹੀਂ ਪਤਾ ਲੱਗਦਾ, ਉਹਨੂੰ ਭਾਵੇਂ ਬਰਫ਼ 'ਚ ਰੱਖ ਦਿਓ, ਭਾਵੇਂ ਅੱਗ 'ਚ ਰੱਖ ਦਿਓ, ਜਿੱਥੇ ਮਰਜ਼ੀ ਰੱਖ ਦਿਓ। ਇਸੇ ਤਰ੍ਹਾਂ ਜਿਹੜਾ ਨਾਮ ਜਪ ਕੇ ਅੰਦਰੋਂ ਸੁਰਜੀਤ ਹੋ ਜਾਂਦਾ ਹੈ, ਉਹਨੂੰ ਪਰਮਾਤਮਾ ਦੀ ਹਸਤੀ ਮਹਿਸੂਸ ਹੋਣ ਲੱਗ ਜਾਂਦੀ ਹੈ। ਨਹੀਂ ਤਾਂ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦੀ? ਬਾਣੀ ਨੇ ਸਾਨੂੰ ਇੱਕ ਦਰਜਾ ਦਿੱਤਾ ਹੈ ਵੀ ਇਹ ਚਲਦੀਆਂ ਫਿਰਦੀਆਂ ਲਾਸ਼ਾਂ ਨੇ। ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਲਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਾਨੂੰ ਰੱਬ ਮਹਿਸੂਸ ਕਿਉਂ ਨਹੀਂ ਹੁੰਦਾ? ਸਾਨੂੰ ਭੁੱਖ ਲੱਗਦੀ ਹੈ ਨਾ। ਭੁੱਖ ਦਾ ਕੀ ਰੂਪ ਹੈ? ਕੋਈ ਭੁੱਖ ਦਾ ਰੂਪ ਨਹੀਂ ਹੈ। ਪਰ ਉਹ ਕਿਹਨੂੰ ਲੱਗਦੀ ਹੈ? ਤੰਦਰੁਸਤ ਬੰਦੇ ਨੂੰ ਲੱਗਦੀ ਹੈ, ਬਿਮਾਰ ਬੰਦੇ ਨੂੰ ਨਹੀਂ ਲੱਗਦੀ ਭੁੱਖ। ਅਤੇ ਬਿਮਾਰ ਬੰਦਾ ਹੋਵੇ ਕਈ ਮਹੀਨਿਆਂ ਦਾ, ਅਤੇ ਉਹ ਭੁੱਖ 'ਤੇ ਸਵਾਲ ਕਰੋ ਕਿ ਕੋਈ ਭੁੱਖ ਨਹੀਂ ਹੁੰਦੀ। ਇੰਨਾ ਕੁ ਉਹ ਪਿੱਛੇ ਚਲਾ ਗਿਆ, ਦਿਮਾਗੀ ਤੌਰ 'ਤੇ ਵੀ ਉਹਦੇ ਕੋਲ ਭੁੱਖ ਦੀ ਗੱਲ ਕੀਤੀ ਜਾਵੇ, ਭੁੱਖ ਦੇ ਨਾਲ ਭੁੱਖ ਲੱਗੀ ਹੋਵੇ ਅਤੇ ਭੋਜਨ ਬੜੇ ਸਵਾਦ ਲੱਗਦੇ ਨੇ, ਅਤੇ ਉਹ ਦਿਮਾਗੀ ਤੌਰ 'ਤੇ ਵੀ ਹਿੱਲ ਗਿਆ ਹੋਵੇ, ਆਖੇ ਭੁੱਖ ਹੁੰਦੀ ਕੀ ਹੈ? ਤੁਸੀਂ ਐਵੇਂ ਕਹੀ ਜਾਂਦੇ ਹੋ, ਕੋਈ ਭੁੱਖ ਨਹੀਂ ਹੁੰਦੀ। ਭੁੱਖ ਦਾ ਪਤਾ ਕਿੱਥੋਂ ਲੱਗੇਗਾ? ਤੰਦਰੁਸਤ ਬੰਦੇ ਕੋਲੋਂ ਜਾ ਕੇ ਪਤਾ ਲੱਗੇਗਾ। ਇਸੇ ਤਰ੍ਹਾਂ ਜਿਹੜੇ ਬੰਦੇ ਆਤਮਿਕ ਤੌਰ 'ਤੇ ਮਰੇ ਹੋਏ ਨੇ, ਉਹਨਾਂ ਕੋਲ ਰੱਬ ਦੀ ਗੱਲ ਕਰੋ, ਭਗਤੀ ਰਸ ਦੀ ਗੱਲ ਕਰੋ, ਬੰਦਗੀ ਦੀ ਗੱਲ ਕਰੋ। ਕਹਿੰਦੇ ਕੀ ਬੰਦਗੀ ਹੁੰਦੀ? ਐਵੇਂ ਚੱਕੀ ਫਿਰਦੇ ਬੰਦਗੀ। ਉਹਨਾਂ ਕੋਲ ਰੱਬੀ ਰਸ ਦੀ ਗੱਲ ਕਰੋ, ਕੋਈ ਉਹ ਸਮਝਣਗੇ ਨਹੀਂ। ਹਾਂ ਕਿਸੇ ਗੁਰਮੁਖ ਕੋਲ ਜਿਹੜਾ ਆਤਮਿਕ ਤੌਰ 'ਤੇ ਤੰਦਰੁਸਤ ਹੈ, ਉਹਦੇ ਕੋਲ ਗੱਲ ਕਰਾਂਗੇ, ਉਹ ਸਹਿਮਤ ਹੋਵੇਗਾ, ਹਾਂ ਇਹ ਠੀਕ ਹੈ। ਤੋ ਵਾਹਿਗੁਰੂ ਪਰਮਾਤਮਾ ਕੋਈ ਮਿਥਿਆ ਹੋਇਆ ਨਹੀਂ, ਉਹਦਾ ਸਰੂਪ ਹੈ, ਮੂਰਤ ਹੈ। ਮੂਰਤੀ ਦਾ ਇੱਥੇ ਅਰਥ ਇਹ ਨਹੀਂ ਜਿਹੜੀਆਂ ਮੂਰਤੀਆਂ ਬਾਹਰ ਹੁੰਦੀਆਂ ਨੇ। ਮੂਰਤ ਦਾ ਭਾਵ ਹੈ ਉਹਦਾ ਸਰੂਪ ਹੈ, ਉਹਦੀ ਹਸਤੀ ਹੈ। ਪਰ ਉਹ ਮਹਿਸੂਸ ਹੁੰਦਾ ਹੈ ਉੱਥੇ ਜਿੱਥੇ ਕੋਈ ਵਿਕਾਰਾਂ ਦੀ ਜਿਹੜੀ ਬਿਮਾਰੀ ਨਾ ਲੱਗੀ ਹੋਵੇ। ਜਿਵੇਂ ਸਾਨੂੰ ਬਿਮਾਰੀ ਲੱਗ ਜੇ ਨਾ ਕੋਈ, ਅਤੇ ਦਵਾਈ ਖਾਈਏ ਆਪਾਂ, ਬਿਮਾਰੀ ਲੰਮੀ ਹੋ ਜਾਵੇ ਅਤੇ ਕੁਝ ਵੀ ਚੰਗਾ ਨਹੀਂ ਲੱਗਦਾ। ਭਾਵੇਂ ਬਿਮਾਰ ਬੰਦੇ ਦੇ ਅੱਗੇ ਤੁਸੀਂ 36 ਪ੍ਰਕਾਰ ਦੇ ਪਦਾਰਥ ਰੱਖੋ, 36 ਪ੍ਰਕਾਰ ਦੇ ਪਦਾਰਥ ਵੀ ਉਹ ਆਖੇਗਾ ਬੇਰਸੇ ਨੇ ਚੁੱਕ ਲੈ ਜਾਵੋ, ਮੈਨੂੰ ਚੰਗੇ ਨਹੀਂ ਲੱਗਦੇ। ਬਿਮਾਰ ਬੰਦਾ ਬਹੁਤ ਹੀ, ਉਹਨੂੰ ਏਸੀ ਲਾ ਦਿਓ, ਕਹੇਗਾ ਬੰਦ ਕਰੋ, ਇਹ ਤਾਂ ਮੈਨੂੰ ਹੋਰ ਬਿਮਾਰ ਕਰੇਗਾ, ਪੱਖਾ ਲਾ ਦਿਓ। ਇਸੇ ਤਰ੍ਹਾਂ ਸਾਨੂੰ ਇਹ ਚੰਗਾ ਨਹੀਂ ਲੱਗਦਾ ਗੁਰਬਾਣੀ ਦੀ ਕਥਾ, ਕੀਰਤਨ, ਨਾਮ ਦਾ ਅਭਿਆਸ, ਕਿਉਂਕਿ ਅਸੀਂ ਵਿਕਾਰਾਂ ਦੇ ਨਾਲ ਬਿਮਾਰ ਹੋਏ ਪਏ ਹਾਂ। ਜਦੋਂ ਤੰਦਰੁਸਤ ਹੁੰਦਾ ਉਦੋਂ ਬੰਦੇ ਨੂੰ ਇਹ ਸਾਰਾ ਕੁਝ ਚੰਗਾ ਲੱਗਣ ਲੱਗ ਜਾਂਦਾ ਹੈ। ਬਲਕਿ ਬਾਣੀ ਵਿੱਚ ਕਹਿਤਾ ਮਹਾਰਾਜ ਨੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਉਹ ਮੇਰਾ ਭਰਾ ਹੈ, ਉਹ ਮੇਰਾ ਵੀਰ ਹੈ, ਜਿਹੜਾ ਕੋਈ ਰੱਬ ਦੀ ਗੱਲ ਸੁਣਾਉਂਦਾ ਹੈ। ਸਭ ਨਾਲੋਂ ਨੇੜੇ ਦਾ ਰਿਸ਼ਤਾ ਹੈ ਭਰਾ ਦਾ, ਬਹੁਤ ਪਿਆਰਾ ਰਿਸ਼ਤਾ ਹੈ ਭਰਾ ਦਾ। ਅਤੇ ਮਹਾਰਾਜ ਉਹ ਰਿਸ਼ਤਾ ਵਰਤਦੇ ਨੇ, ਕਹਿੰਦੇ ਵੀ ਉਹ ਮੇਰਾ ਭਰਾ ਹੈ, ਮੇਰਾ ਵੀਰ ਹੈ। ਕਿਉਂਕਿ ਭਾਵੇਂ ਅੱਜ ਆਪਾਂ ਵੇਖਦੇ ਹਾਂ ਕੁਝ ਕਮੀ ਆ ਗਈ, ਪਰ ਫਿਰ ਵੀ ਐਸੇ ਵੀ ਭਰਾ ਨੇ, ਭਰਾ ਕਦੇ ਵੀ ਆਪਣੇ ਭਰਾ ਦਾ ਨੁਕਸਾਨ ਨਹੀਂ ਚਾਹਵੇਗਾ। ਜਿਹੜਾ ਅਸਲ ਵਿੱਚ ਭਰਾ ਹੈ ਨਾ, ਉਹ ਆਪਣੇ ਭਰਾ ਦਾ ਕਦੇ ਨੁਕਸਾਨ ਨਹੀਂ। ਜਿਹੜਾ ਅਸਲ ਦੋਸਤ ਵੀ ਹੈ, ਉਹ ਵੀ ਕਦੇ ਆਪਣੇ ਦੋਸਤ ਦਾ ਨੁਕਸਾਨ ਨਹੀਂ ਚਾਹਵੇਗਾ। ਉਹ ਚੰਗੀ ਗੱਲ ਹੀ ਦੱਸੇਗਾ ਨਾ। ਭਰਾ ਭਰਾ ਨੂੰ ਚੰਗੀ ਮਾਤੀ ਦੇਵੇਗਾ, ਭਰਾਵਾ ਆਪਣੀ ਬਦਨਾਮੀ ਹੋਵੇਗੀ, ਤੂੰ ਮਾੜਾ ਪਾਸਾ ਛੱਡ, ਚੰਗੇ ਪਾਸੇ ਲੱਗ, ਗੁਣ ਦੀ ਗੱਲ ਦੱਸੇਗਾ।
इस तरह महाराज कहते जिहड़ा सानू रब की गल दसदा है, सो भाई सो मेरा वीर, वाहिगुरु परमात्मा मूर्त वो स्वरूप है, वो हस्ती है, पर वो पता किवें लगेगी जिहड़ा बंदा गुरु की संगत में आउण लग जाएगा, सेवा करन लग जाएगा, जिमें जिमें अंदरों बलवान होवेगा, तंदुरुस्त होवेगा, फिर उन्होंने पता लग जाएगा अजूनी वाहिगुरु जूनिया विच नहीं आउंदा। जिहड़ा कहंदा रब दा जन्म होया, महाराज कहंदे सो मुख जलो जो जे कह ठाकुर जोनी। जिहड़ा ये कहंदा रब दा जन्म होया, रब जून विच आया, महाराज कहंदे वो मूँह ही सड़ जावे, अजूनी वो जूनिया विच नहीं आउंदा। सैभंग, फिर वह करता कौन है, क्योंकि हर एक चीज़ का करता है। महाराज सच्चे पातशाह जी कहते वाहिगुरु परमात्मा स्वै प्रकाशमान है, अपने आप तो ही वो प्रकाशमान है। ऐसा जो वाहिगुरु के लक्षण दसे ने प्राप्त किवें हुंदा है, क्योंकि ये शब्द दे विच ही कहा भी उस रब नूं किवें मिलिया जावे, जीव का ये जन्म मरण आवागमन सारा किवें मिट जावे। गुर प्रसाद, और ये शब्द के आरंभ में भी ये अरदास गुरु चरणों में की गई है। गुरु चरण लाग हम बिनवता पूछत कह जियो पाया। गुरु चरणों में अरदास है। तो महाराज कहते गुरु की कृपा नाल ही उस ऐसे जो लक्षण ने वाहिगुरु दे, उस हस्ती का मिलाप हुंदा है, उस वाहिगुरु की प्राप्ति हुंदी है। वो केवल दुनिया विच इक्को वाहिद तरीका है, वो है गुरु की कृपा। गुरु की कृपा किवें मिलेगी? सीधी जी जी एग्जैम्पल है, आपां किहड़े बंदे ते खुश होवांगे? बंदा आम करके जिहड़ा उहदी आग्या मन्ने। बल्कि तुसीं देखो पिंडां दे विच जिहड़ा पशु भी जिमीदार दे मुताबिक चलदा ना, हल वाहणे हुण जिहड़ा पशु अड़दा उहनूं सोटियां पैंदियां ने, ते जिहड़ा बलद पशु वो हल विच जिमीदार दे मुताबिक चले तो जिमीदार उहनूं थापड़ी दिंदा, शाबा पुत्रा भी तू बहुत वधिया काम कर रहा है। पशु नूं भी शाबाशी मिलती है। क्यों प्यारा लगा वो पशु? क्योंकि वो आग्या विच चल रहा है। कोई भी है ਉਹਦੇ ਤੇ ਮਨੁੱਖ खुश कदों ਹੁੰਦਾ ਜਿਹੜਾ ਉਹਦਾ अपना साडा कहना मन्नेगा। इस तरह जदों आपां गुरु का कहना मन्नांगे फिर गुरु कृपा करता है, गुरु खुशियां बख्शदा है, रहमतां करता है। सब नालों अमोलक चीज़ वाहिगुरु का नाम वो गुरु बख्शदा है। सतगुरु पातशाह धन गुरु अर्जन देव महाराज जी ये जिथे मंगलाचरण किया भगत बाणी के आरंभ विच इसे शब्द की जिहड़ी बाकी विचार है आपां आउण वाले समय अंदर सांझ पावांगे। होईयां भुल्लां दी खिमा। वाहिगुरू जी का खालसा, वाहिगुरू जी की फतेह।